ਅਸਤੀਫੇ ਤੋਂ ਬਾਅਦ ਦੋ ਹੋਰ ਅਧਿਕਾਰੀਆਂ ਨੇ ਅਸਤੀਫਾ ਦੇ ਦਿੱਤਾ। ਦੱਸ ਦਈਏ ਕਿ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਅਤੇ ਗੁਰੂ ਨਾਨਕ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੇ ਵੀ ਅਸਤੀਫਾ ਦੇ ਦਿੱਤਾ ਹੈ। ਪ੍ਰਿੰਸੀਪਲ ਡਾਕਟਰ ਰਾਜੀਵ ਦੇਵਗਨ ਅਤੇ ਮੈਡੀਕਲ ਸੁਪਰਡੈਂਟ ਡਾਕਟਰ ਕੇਡੀ ਸਿੰਘ ਨੇ ਵੀ ਅਸਤੀਫਾ ਦਿੱਤਾ ਹੈ ਤੇ ਹਾਲਾਂਕਿ ਅਸਤੀਫੇ ਦੀ ਜਿਹੜੀ ਵਜ੍ਹਾ ਉਹ ਨਿੱਜੀ ਦੱਸੀ ਜਾ ਰਹੀ ਹੈ, ਲੇਕਿਨ ਅਸਤੀਫੇ ਦਾ ਕਾਰਨ ਕਿਤੇ ਨਾ ਕਿਤੇ ਜੋ ਹੈ ਬੇਇੱਜ਼ਤੀ ਮਹਿਸੂਸ ਕਰਨਾ ਜ਼ਰੂਰ ਸਾਹਮਣੇ ਆ ਰਿਹਾ ਹੌਲੀ ਹੌਲੀ, ਕਿਉਂਕਿ ਬੀਤੇ ਦਿਨੀ ਜੋ ਵੀ ਵਾਕਿਆ ਹੋਇਆ वीसी ਦੇ ਨਾਲ ਜੋ ਵੀ ਕਹਿ ਸਕਦੇ ਕਿ ਵਾਰਤਾਲਾਪ ਦੇ ਦੌਰਾਨ ਜੋ ਵੀ ਉਹਨਾਂ ਨੇ ਆਪਣੇ ਆਪ ਨੂੰ ਅਪਮਾਨਿਤ ਮਹਿਸੂਸ ਕੀਤਾ, ਜਿਸ ਤੋਂ ਬਾਅਦ ਉਹਨਾਂ ਨੇ ਅਸਤੀਫਾ ਦਿੱਤਾ ਤਾਂ ਉਸ ਤੋਂ ਬਾਅਦ ਉਹਨਾਂ ਦੇ ਨਾਲ ਦੇ ਜਿੰਨੇ ਵੀ ਸੀਨੀਅਰ ਡਾਕਟਰਸ ਨੇ ਉਹਨਾਂ ਨੇ ਵੀ ਅਸਤੀਫਾ ਦੇ ਦਿੱਤਾ। ਤੇ ਖਾਸ ਤੌਰ ਤੇ ਇੱਕ ਹੋਰ ਅਹਿਮ ਜਿਹੜੀ ਜਾਣਕਾਰੀ ਜ਼ਰੂਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਵੀਸੀ ਸਾਹਿਬ ਦੇ ਸੈਕਟਰੀ ਸਾਹਿਬ ਨੇ ਵੀ ਜਿਹੜਾ ਹੈ ਉਹ ਅਸਤੀਫਾ ਦੇ ਦਿੱਤਾ ਹੈ। ਤਾਂ ਹੁਣ ਇਹ ਮੰਗ ਵੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਮੈਡੀਕਲ ਕਾਉਂਸਲ ਦੁਆਰਾ उन्होंने एक कह सकते कि नोटिस के जरिए मंग की है कि तुरंत सेहत मंत्री चेतन सिंह जोड़ा माजरा मुआफ़ी मंगण। सो दस दिए कि वीसी के अस्तीफे तो बाद दो होर अधिकारियों ने अस्तीफा दिता है। हालांकि इन्हां अस्तीफियां तो बाद सैकटरी साहब ने वीसी के सैकटरी ने भी अस्तीफा दिता है। ਤਾਂ ਇਸ ਦੇ ਨਾਲ ਹੀ ਅੰਮ੍ਰਿਤਸਰ ਤੋਂ ਸਾਡੇ ਸਹਿਯੋਗੀ ਪਰਮਵੀਰ ਔਲਖ ਸਾਡੇ ਨਾਲ ਲਾਈਵ ਮੌਜੂਦ ਨੇ, ਜਾਣਕਾਰੀ ਲੈ ਲੈਂਦੇ ਹਾਂ। ਪਰਮ, ਪਹਿਲਾਂ ਵੀ ਆਪਾਂ ਇਹ ਗੱਲ ਸਾਂਝੀ ਕਰ ਰਹੇ ਸੀ ਤੇ ਹੁਣ ਵੀ ਉਹੀ ਗੱਲ ਹੈ ਕਿ ਆਖਿਰ ਇਸ ਕਦਰ ਦਾ ਵਤੀਰਾ ਆਖਿਰ ਕਿਉਂ, ਕੀ ਸਾਬਤ ਕਰਨਾ ਚਾਹੁੰਦੇ ਸੀ ਜਾਂ ਫਿਰ ਕੀ ਪੇਸ਼ਕਸ਼ ਹੋਈ ਹੈ ਇਸ ਦੇ ਨਾਲ ਜੋ ਵੀ ਬੀਤੇ ਦਿਨ ਦਾ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਹੋਰਾਂ ਦੁਆਰਾ ਵਾਈਸ ਚਾਂਸਲਰ ਦੇ ਨਾਲ ਕੀਤਾ ਗਿਆ। देखो गुरप्रीत, जिमें कि कल असी सारिਆਂ ने देखी एक खबर चली सी कि फरीदकोट कॉलेज की जिथे कि ਜਿਹੜੇ ਜੋੜਾ ਮਾਜਰਾ ਸਾਹਿਬ ਜਿਹੜੇ ਸਿਹਤ ਮੰਤਰੀ ਬਣੇ ਨੇ ਉਹ ਜਾਂਦੇ ਨੇ, ਉਹ ਚੈਕਿੰਗ ਕਰਦੇ ਨੇ, ਚੈਕਿੰਗ ਦੇ ਵਿੱਚ ਕੁਝ ਖਾਮੀਆਂ ਨਿਕਲਦੀਆਂ ਨੇ, ਪਰ ਉਹ ਜਿਹੜਾ ਇੱਕ ਵਤੀਰਾ ਸੀਗਾ ਉਹ ਕਿਤੇ ਸਹੀ ਨਹੀਂ ਸੀਗਾ। ਉਸੇ ਤੇ ਅਸੀਂ ਕਹਿ ਲਈਏ ਕਿ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਜਿਹੜੇ ਹੈਗੇ ਨੇ ਡਾਕਟਰ ਰਾਜੀਵ ਦੇਵਗਨ, ਇਹਨਾਂ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ। ਤੇ ਇਸ ਦੇ ਨਾਲ ਹੀ ਗੁਰੂ ਨਾਨਕ ਹਸਪਤਾਲ ਦੇ ਜਿਹੜੇ ਅਸੀਂ ਕਹਿ ਲਈਏ ਮੈਡੀਕਲ ਸੁਪਰਡੈਂਟ ਨੇ, ਅਸੀਂ ਮੁਖੀਆਂ ਦੀ ਗੱਲ ਕਰ ਰਹੇ ਹਾਂ ਕਿ ਉਹਨਾਂ ਡਾਕਟਰ ਕੇਡੀ ਸਿੰਘ ਉਹਨਾਂ ਨੇ ਵੀ ਅਸਤੀਫਾ ਦਿੱਤਾ। ਦੇਖੋ ਗੁਰਪ੍ਰੀਤ, ਹੁਣ ਅਸੀਂ ਆਉਂਦੇ ਹਾਂ ਕਾਰਨ ਦੇ ਉੱਤੇ। ਇੱਕ ਪਾਸੇ ਜੇ ਤਾਂ ਇੱਕ ਪ੍ਰੋਟੋਕੋਲ ਹੁੰਦਾ ਹੈ ਕਿ 3 ਮਹੀਨੇ ਹੋ ਗਏ ਸਰਕਾਰ ਬਣੀ ਨੂੰ, ਤਾਂ 3 ਮਹੀਨਿਆਂ 'ਚ ਜੇ ਤਾਂ ਤੁਸੀਂ ਉੱਥੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਜਾਂ ਤਾਂ ਤੁਸੀਂ ਕੋਈ ਫੰਡ ਜਾਰੀ ਕੀਤੇ ਨੇ ਤਾਂ ਸਰਕਾਰ ਉਹਨਾਂ ਕੋਲੋਂ ਹਿਸਾਬ ਲਵੇ। ਇੱਕ ਪਾਸੇ ਕਹਿ ਰਹੇ ਨੇ ਕਿ ਪੁਰਾਣੀਆਂ ਸਰਕਾਰਾਂ ਲੁੱਟ ਕੇ ਖਾ ਗਈਆਂ, ਪੁਰਾਣੀਆਂ ਸਰਕਾਰਾਂ ਕੀਤਾ ਕੁਛ ਨਹੀਂ। ਤਾਂ ਫਿਰ ਇੱਥੇ ਇੱਕ ਗੱਲ ਜ਼ਰੂਰ ਬਣਦੀ ਹੈ, ਦੇਖੋ ਗੁਰਪ੍ਰੀਤ, ਕਿ ਵੀਸੀ ਨੇ ਆਪਣੇ ਘਰੋਂ ਤਾਂ ਲਾਉਣੇ ਨਹੀਂ ਸੀ ਗੱਦੇ, ਜਾਂ ਤਾਂ ਫੰਡ ਜਾਰੀ ਹੋਏ ਨੇ ਸਰਕਾਰੀ, ਤਾਂ ਤੁਸੀਂ ਉਹਨਾਂ ਨੂੰ ਪੁੱਛੋ ਕਿ ਕਿੱਥੇ ਗਏ ਨੇ ਫੰਡ, ਕਿਉਂ ਨਹੀਂ ਲੱਗੇ ਹੈਗੇ, ਕਿਉਂ ਗੱਦੇ ਪਾਟੇ ਪਏ ਨੇ। ਇੱਕ ਪ੍ਰੋਟੋਕੋਲ ਹੁੰਦਾ। ਦੇਖੋ ਗੁਰਪ੍ਰੀਤ, ਅਸੀਂ ਇੱਥੇ ਜ਼ਰੂਰ ਕਵਾਂਗੇ ਕਿ ਤਜਰਬਾ ਜਿਹੜਾ ਹੈ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡੀ ਚੀਜ਼ ਹੈਗੀ ਹੈ। ਸਾਰੇ ਹੀ ਇਹ ਗੱਲ ਕਹਿ ਰਹੇ ਆ, ਉਹ ਇਹ ਵਿਰੋਧੀ ਧਿਰ ਵੀ, ਅਸੀਂ ਸਵੇਰ ਤੋਂ ਹੀ ਲਗਾਤਾਰ ਇਸੇ ਖਬਰ ਤੇ ਹੈਗੇ ਆ, ਤਾਂ ਵਿਰੋਧੀ ਧਿਰ ਕਹਿ ਰਿਹਾ ਕਿ ਤਜਰਬਾ ਹੈ ਨਹੀਂ ਹੈ। ਜਿਨ੍ਹਾਂ ਨੇ ਕਈ ਅਸੀਂ ਸਵੇਰੇ ਬਿਆਨ ਸੁਣ ਰਹੇ ਸੀਗੇ ਵਿਰੋਧੀ ਧਿਰਾਂ ਦੇ, ਉਹਨਾਂ ਨੇ ਕਿਹਾ ਕਿ ਇਹ ਕਦੀ ਮੈਂਬਰ ਪੰਚਾਇਤ ਨਹੀਂ ਬਣੇ ਜਿਨ੍ਹਾਂ ਨੂੰ ਮੰਤਰੀ ਬਣਾ ਦਿੱਤਾ। ਸੋ ਇਹ ਇਹੋ ਜਿਹਾ ਕਾਰਨ, ਇੱਕ ਤਜਰਬਾ ਜ਼ਰੂਰ ਹੋਣਾ ਚਾਹੀਦਾ ਹੈ, ਇੱਕ ਤਜਰਬੇਕਾਰ ਨੂੰ ਹੀ ਮੰਤਰੀ ਦੇ ਪਦ ਤੇ ਹੋਣਾ ਚਾਹੀਦਾ। ਸੋ ਅਸੀਂ ਗੱਲ ਕਰ ਰਹੇ ਹਾਂ ਵਤੀਰੇ ਦੀ, ਹੋਣਾ ਚਾਹੀਦਾ ਸੀਗਾ। ਅਸੀਂ ਇਹ ਨਹੀਂ ਕਹਿੰਦੇ ਕਿ ਮੰਤਰੀ ਸਾਹਿਬ ਜਿਹੜੇ ਆ ਉਹ ਚੈਕਿੰਗ ਨਹੀਂ ਕਰ ਸਕਦੇ, ਕਰ ਸਕਦੇ ਨੇ, ਬਿਲਕੁਲ ਕਰ ਸਕਦੇ ਨੇ। ਪਰ ਜਿਵੇਂ ਮੈਂ ਸਵੇਰੇ ਵੀ ਤੁਹਾਡੇ ਨਾਲ ਗੱਲ ਕੀਤੀ ਕਿ ਅੱਜ ਕੱਲ ਦੇ ਜ਼ਮਾਨੇ 'ਚ ਜਿਸ ਦੇ ਹੱਥ 'ਚ ਮੋਬਾਈਲ ਹੈਗਾ ਉਹ ਪੱਤਰਕਾਰ ਹੈ, ਕਿਉਂਕਿ ਜਦੋਂ ਕੋਈ ਵੀ ਮੰਤਰੀ ਸੰਤਰੀ ਆਉਂਦਾ ਹੈ ਤਾਂ 50 ਲੋਕ ਜਿਹੜੇ ਆਪਣੇ ਫੋਨ ਕੱਢ ਲੈਂਦੇ ਨੇ, ਜਾਂ ਉਹਨਾਂ ਦੇ ਸਾਥੀ ਜਿਹੜੇ ਆ ਫੋਨ ਕੱਢ ਕੇ ਲਾਈਵ ਹੋ ਜਾਂਦੇ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ। ਸੋ ਕੀ ਗੱਲਾਂ ਬਾਤਾਂ ਹੋ ਰਹੀਆਂ ਨੇ ਦੋਨਾਂ ਮੁਖੀਆਂ ਦੀਆਂ, ਅਸੀਂ ਕਹਿ ਲਈਏ ਦੋਵੇਂ ਵੱਡੇ ਅਹੁਦਿਆਂ ਤੇ ਹੈਗੇ ਨੇ, ਚਾਹੇ ਉਹ ਵੀਸੀ ਨੇ ਚਾਹੇ ਉਹ ਜੋੜਾ ਮਾਜਰਾ ਸਾਹਿਬ ਨੇ। ਉਹਨਾਂ ਦੀ ਆਪਸੀ ਗੱਲਬਾਤ ਕੋਈ ਹੋ ਰਹੀ ਹੈ ਤਾਂ ਉਹ ਜਦੋਂ ਮੋਬਾਈਲ ਉਤੋਂ ਲਾਈਵ ਹੋ ਜਾਂਦੇ ਨੇ ਤਾਂ ਉਹ ਜਿਹੜਾ ਇੱਕ ਫਟਕਾਰ ਕਹਿ ਸਕਦੇ ਆ, ਉਹ ਫਟਕਾਰ ਵੀ ਸਾਹਮਣੇ ਆ ਗਈ। ਤੇ ਜਿਹੜਾ ਕੋਈ ਇੱਜ਼ਤਦਾਰ ਬੰਦਾ ਹੈ ਉਹ ਆਪਣੇ ਆਪ ਨੂੰ ਬੇਇੱਜ਼ਤੀ ਮਹਿਸੂਸ ਕਰਦਾ ਹੈਗਾ, ਉਹ ਕਹਿੰਦਾ ਕਿ ਮੇਰੀ ਜਿਹੜੀ ਬੇਇੱਜ਼ਤੀ ਹੋਈ ਹੈ, ਮੈਨੂੰ ਬਹੁਤ ਜ਼ਲੀਲ ਕੀਤਾ ਗਿਆ। ਜਦੋਂ ਸੋਸ਼ਲ ਮੀਡੀਆ ਤੇ ਟੀਵੀਆਂ ਤੇ ਆ ਗਿਆ ਤਾਂ ਉਹ ਕਹਿੰਦਾ ਕਿ ਜ਼ਲੀਲ ਕੀਤਾ ਗਿਆ। ਹੁਣ ਗੱਲ ਆਉਂਦੀ ਗੱਦਿਆਂ ਦੀ, ਗੱਦੇ ਜ਼ਰੂਰ ਪਾਟੇ ਸੀਗੇ, ਅਣਗਹਿਲੀ ਹੋਈ ਹੈ, ਪਰ ਉਸ ਨੂੰ ਜਨਤਕ ਕਰਨਾ, ਉਸ ਨੂੰ ਉਸੇ ਚੀਜ਼ ਨੂੰ ਲੈ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹ ਫੁਟੇਜ ਚੱਲ ਗਈ। ਉਸ ਤੋਂ ਬਾਅਦ ਉਹ ਜ਼ਲੀਲ ਹੋਏ, ਉਹਨਾਂ ਨੇ ਮਹਿਸੂਸ ਕੀਤਾ। ਵੀਸੀ ਸਾਹਿਬ ਨੇ ਜਿਹੜਾ ਉਹ ਅਸਤੀਫਾ ਦੇ ਦਿੱਤਾ ਹੈ। ਦੂਜੇ ਪਾਸੇ ਗੱਲ ਕਰੀਏ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੇ ਜਿਹੜੇ ਅਸੀਂ ਕਹਿ ਲਈਏ ਇਸੇ ਦੁੱਖੋਂ ਹੀ ਮੈਡੀਕਲ ਸੁਪਰਡੈਂਟ ਹੈਗੇ ਨੇ ਕੇਡੀ ਸਿੰਘ, ਯਾਨੀ ਕਿ ਗੁਰੂ ਨਾਨਕ ਦੇਵ ਹਸਪਤਾਲ ਸਭ ਤੋਂ ਵੱਡਾ ਹਸਪਤਾਲ ਹੈਗਾ ਅੰਮ੍ਰਿਤਸਰ ਦਾ। ਤੇ ਲਾਗੇ ਬੰਨੇ ਦੀਆਂ ਧਿਰਾਂ ਜਿਹੜੀਆਂ ਅਸੀਂ ਕਹਿ ਲਈਏ ਕੁਝ ਪਿੰਡ ਜਿਹੜੇ ਆ ਸਾਰੇ ਗੁਰਪ੍ਰੀਤ ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪਤਾਲ ਇਲਾਜ ਕਰਾਉਂਦੇ ਨੇ। ਤੁਸੀਂ ਦੇਖੋ ਹੁਣ ਇਫੈਕਟ ਕੀ ਹੈ। ਇਫੈਕਟ ਹੈ ਕਿ ਚਲੋ ਕੋਈ ਪਟਵਾਰੀ ਜਿਹੜਾ ਹੈਗਾ ਕੋਈ ਪ੍ਰਦਰਸ਼ਨ ਤੇ ਚੱਲ ਜਾਂਦਾ, ਧਰਨੇ ਤੇ ਇੱਕ ਦਿਨ ਵਾਸਤੇ ਚਲੇ ਜਾਂਦਾ ਤਾਂ ਉਹ ਸਰ ਜਾਂਦਾ, ਇੱਕ ਦਿਨ ਵਾਸਤੇ ਕੰਮ ਰੁਕ ਜਾਂਦਾ, ਉਹ ਅਗਲੇ ਦਿਨ ਵੀ ਹੋ ਸਕਦਾ। ਪਰ
ਇੱਥੇ ਗੱਲ ਹੈਗੀ ਗੁਰਪ੍ਰੀਤ, ਜੇ ਕੇਡੀ ਹੋਰੀ ਜਾਂ ਕੇਡੀ ਸਿੰਘ ਦੀ ਗੱਲ ਕਰ ਲਈਏ ਜਾਂ ਮੈਡੀਕਲ ਸੁਪਰਡੈਂਟ ਦੀ ਗੱਲ ਕਰ ਲਈਏ ਜਾਂ ਦੂਜਿਆਂ ਦੀ ਗੱਲ ਕਰ ਲਈਏ ਡਾਕਟਰ ਸਾਹਿਬਾਨ ਦੀ, ਜੇ ਉਹ ਅਸਤੀਫਾ ਦੇ ਦਿੰਦੇ ਨੇ ਮਰੀਜ਼ ਕਿੱਥੇ ਜਾਣਗੇ? ਤੁਸੀਂ ਸਮਝ ਸਕਦੇ ਹੋ ਜਿਹੜੇ ਮਰੀਜ਼ ਨੇ, ਜਿਹੜੇ ਉਹਨਾਂ ਦੇ ਹੱਥੋਂ ਇਲਾਜ ਕਰਾਉਂਦੇ ਨੇ, ਜਿਨ੍ਹਾਂ ਦੇ ਆਪਰੇਸ਼ਨ ਉਹਨਾਂ ਦੇ ਹੱਥੋਂ ਹੋਣੇ ਨੇ ਜਾਂ ਹੋਏ ਨੇ, ਸੋ ਉਹ ਕਿੱਥੇ ਜਾਣਗੇ? ਉਹ ਵੱਡਾ ਸਵਾਲ ਹੈਗਾ ਕਿ ਇੱਕ ਮਿੰਟ ਦੇ ਵਿੱਚ ਕਿਸੇ ਦੀ ਜਾਨ ਜਾ ਸਕਦੀ ਹੈ। ਡਾਕਟਰ ਉਸ ਦੀ ਜਾਨ ਬਚਾਉਣ ਖਾਤਰ ਜਿਹੜਾ ਹੈ ਉਹ ਬੈਠਾ ਹੁੰਦਾ ਹੈ। ਉਹਨਾਂ ਵੱਲੋਂ ਅਸਤੀਫੇ ਦਿੱਤੇ ਗਏ ਆ। ਪੂਰੇ ਪੰਜਾਬ ਭਰ ਦੇ ਵਿੱਚ ਇਸ ਦਾ ਜਿਹੜਾ ਵਿਰੋਧ ਉਹ ਲਗਾਤਾਰ ਹੋ ਰਿਹਾ ਹੈ। ਮੁਆਫੀ ਮੰਗਣ ਦੀ ਗੱਲ ਜਿਹੜੀ ਹੈ ਉਹ ਆਖੀ ਜਾ ਰਹੀ ਹੈ। ਹਾਲਾਂਕਿ ਇਸ ਤੇ ਪ੍ਰਤੀਕਰਮ ਕੀ ਹੋਏਗਾ ਆਮ ਆਦਮੀ ਪਾਰਟੀ ਜਾਂ ਉਹਨਾਂ ਦੀ ਸਰਕਾਰ ਦਾ, ਇਹ ਵੀ ਦੇਖਣਾ ਜ਼ਰੂਰ ਲਾਜ਼ਮੀ ਹੈ। ਪਰ ਇੱਕ ਦੇਖੋ ਪ੍ਰੋਟੋਕੋਲ ਗੱਲ ਉਹੀ ਆ ਗਈ ਹੈ ਕਿ ਪ੍ਰੋਟੋਕੋਲ ਹੁੰਦਾ ਹੈ, ਕਿਸੇ ਨੂੰ ਤੁਸੀਂ ਬਿਲਕੁਲ, ਕਿਉਂਕਿ ਪਰਮ ਖਾਸ ਤੌਰ ਤੇ ਇਸ ਗੱਲ ਦਾ ਜ਼ਿਕਰ ਇਸ ਗੱਲ ਕਰਕੇ ਹੈ ਕਿ ਮੈਡੀਕਲ ਸੁਪਰਡੈਂਟ ਕੋਲੋਂ ਪੁੱਛਿਆ ਜਾ ਸਕਦਾ ਸੀ ਕਿ ਆਖਿਰ ਕਿਉਂ ਕਮੀ ਹੈ। ਸਿੱਧਾ ਵਾਈਸ ਚਾਂਸਲਰ ਨੂੰ ਪੁੱਛਣ ਦੀ ਬਜਾਏ ਮੈਡੀਕਲ ਸੁਪਰਡੈਂਟ ਨੂੰ ਤਲਬ ਕੀਤਾ ਜਾਣਾ ਚਾਹੀਦਾ ਸੀ, ਜਾਂ ਫਿਰ ਖਾਸ ਤੌਰ ਤੇ ਇਸ ਚੀਜ਼ ਬਾਰੇ ਉਹ ਸ਼ਾਇਦ ਹੋਰ ਭਲੀਭਾਂਤ ਹੋਰ ਚੰਗੀ ਤਰ੍ਹਾਂ ਜਾਣੂ ਹੋ ਸਕਦੇ ਨੇ, ਲੇਕਿਨ ਅਜਿਹਾ ਨਹੀਂ ਹੋਇਆ। ਲੇਕਿਨ ਹੁਣ ਵੱਡੇ ਸਵਾਲ ਇਹੀ ਨੇ ਕਿ ਸਿੱਧੇ ਤੌਰ ਤੇ ਡੀਸੀ ਦੇ ਨਾਲ, ਫੋਰ ਐਗਜ਼ਾਮਪਲ ਦੇ ਤੌਰ ਤੇ, ਉਦਾਹਰਨ ਦੇ ਤੌਰ ਤੇ ਡੀਸੀ ਦੇ ਨਾਲ ਗੱਲ ਕਰਨ ਤੋਂ ਬਜਾਏ ਜੇ ਹਲਕੇ ਲੈਵਲ ਤੇ, ਕਨਸਟੀਟਿਊਂਸੀ ਲੈਵਲ ਤੇ ਐਸਡੀਐਮ ਦੇ ਨਾਲ ਉਸ ਦੇ ਨਾਲ ਰਾਬਤਾ ਕੀਤਾ ਜਾਵੇ, ਕਿਉਂਕਿ ਉਸ ਨੂੰ ਜ਼ਿਆਦਾ ਪਤਾ ਹੁੰਦਾ ਉਸ ਚੀਜ਼ ਬਾਰੇ, ਤਾਂ ਉਹ ਸ਼ਾਇਦ ਜ਼ਿਆਦਾ ਵਾਜਿਬ ਗੱਲ ਹੁੰਦੀ ਸੀ। ਤਾਂ ਉਸ ਤੋਂ ਬਾਅਦ ਪ੍ਰੋਟੋਕੋਲ ਦੇ ਹਿਸਾਬ ਦੇ ਨਾਲ, ਜਿੱਦਾਂ ਤੁਸੀਂ ਵੀ ਇਹ ਗੱਲ ਸ਼ੇਅਰ ਕਰ ਰਹੇ ਹੋ ਕਿ ਪ੍ਰੋਟੋਕੋਲ ਦੇ ਹਿਸਾਬ ਦੇ ਨਾਲ ਇੱਕ ਸਿਸਟਮੈਟਿਕਲ ਤਰੀਕੇ ਦੇ ਨਾਲ ਜੇ ਚੱਲਿਆ ਜਾਂਦਾ ਤਾਂ ਸ਼ਾਇਦ ਅੱਜ ਇਹ ਖਬਰ ਵੀ ਦੇਖਣ ਨੂੰ ਨਾ ਮਿਲਦੀ, ਤਾਂ ਅਜਿਹੇ ਵਿਵਾਦ ਵੀ ਦੇਖਣ ਨੂੰ ਨਾ ਮਿਲਦਾ। ਬਿਲਕੁਲ, ਦੇਖੋ ਗੁਰਪ੍ਰੀਤ, ਪ੍ਰੋਟੋਕੋਲ ਦੀ ਮੈਂ ਤਾਂ ਗੱਲ ਕਰ ਰਿਹਾ ਸੀਗਾ। ਇੱਕ ਹੋਰ ਅਸੀਂ ਵੀ ਖਬਰ ਉਹ ਜ਼ਰੂਰ ਨਸ਼ਰ ਕੀਤੀ ਸੀਗੀ ਕਿ ਬਾਹਰ ਲਿਖਿਆ ਸੀਗਾ ਕਿ ਇੱਥੇ ਜੁੱਤੇ ਉਤਾਰ ਕੇ ਅੰਦਰ ਜਾਓ ਜੀ। ਤਾਂ ਉਹ ਜਿੰਨੀ ਟੀਮ ਸੀਗੀ, ਉਹ ਅਸੀਂ ਕਾਲਜ ਦੀ ਗੱਲ ਕਰ ਰਹੇ ਹਾਂ, ਫਰੀਦ ਯੂਨੀਵਰਸਿਟੀ ਦੀ ਗੱਲ ਕਰ ਰਹੇ ਹਾਂ, ਉਸ ਦੇ ਵਿੱਚ ਜਿਹੜਾ ਹੈ ਉਹ ਜੁੱਤਿਆਂ ਸਮੇਤ ਅੰਦਰ ਜਾਂਦੇ ਨੇ। ਸੋ ਇਹੀ ਚੀਜ਼ਾਂ ਨੇ ਕਿ ਹਫੜਾ ਤਫੜੀ ਦੇ ਵਿੱਚ ਕਿੱਡੀ ਕੁ ਵੱਡੀ ਰੇਡ ਸੀਗੀ। ਆਪਾਂ ਜੇ ਇੱਕ ਚੀਜ਼ ਸੋਚੀਏ ਕਿ ਡਾਕਟਰ ਉੱਥੋਂ ਭੱਜ ਜਾਣੇ ਸੀਗੀ, ਕਿ ਗੱਦੇ ਉੱਥੋਂ ਚੁੱਕੇ ਜਾਣੇ ਸੀਗੇ, ਕਿੱਡੀ ਕੁ ਵੱਡੀ ਰੇਡ ਸੀਗੀ। ਆਪਣਾ ਹੀ ਹਸਪਤਾਲ ਸੀਗਾ, ਪੰਜਾਬ ਦਾ ਹੀ ਸੀਗਾ, ਕਿਉਂ ਅਸੀਂ ਬਦਨਾਮੀ ਕਰ ਰਹੇ ਹੈਗੇ ਆ? ਕਿਉਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹ ਗੱਦੇ ਚੁੱਕ ਦਿਖਾ ਰਹੇ ਹੈਗੇ ਆ? ਤੁਸੀਂ ਆਏ ਹੋ, ਚੈਕਿੰਗ ਕੀਤੀ ਹੈ, ਤੁਸੀਂ ਵੀਸੀ ਸਾਹਿਬ ਦੇ ਕਮਰੇ 'ਚ ਜਾਓ, ਉੱਥੇ ਜਾ ਕੇ ਉਹਨਾਂ ਨੂੰ ਕਹੋ ਕਿ ਇਹ ਸਾਨੂੰ ਸ਼ਿਕਾਇਤਾਂ ਮਿਲ ਰਹੀਆਂ ਸੀਗੀਆਂ, ਵੀਸੀ ਸਾਹਿਬ ਤੁਹਾਨੂੰ ਅਸੀਂ ਹਫ਼ਤੇ ਦਾ ਟਾਈਮ ਦਿੱਤਾ ਹੈ। ਜਦੋਂ ਤੁਸੀਂ ਕੋਈ ਦੇਖੋ ਵੱਡੀ ਗੱਲ ਇਹ ਹੈ, ਜਦੋਂ ਕੋਈ ਐਕਸੀਡੈਂਟ ਹੁੰਦਾ ਹੈ ਜਾਂ ਕੋਈ ਭਾਣਾ ਵਰਤਦਾ ਹੈ ਜਾਂ ਕੋਈ ਵੀ ਚੀਜ਼ ਲਗਾ ਲਓ, ਚਾਹੇ ਉਹ ਜ਼ਮੀਨਾਂ ਦਾ ਘੁਟਾਲਾ ਲਗਾ ਲਓ, ਜਿਵੇਂ ਉਹ ਸਾਹਮਣੇ ਆਇਆ, ਤਾਂ ਜਾਂਚ ਕਮੇਟੀ ਬਣਾ ਦਿੱਤੀ ਜਾਂਦੀ ਹੈ। ਹਫ਼ਤੇ ਦਾ ਟਾਈਮ, 15 ਦਿਨਾਂ ਦਾ ਟਾਈਮ ਦੇ ਦਿੱਤਾ ਜਾਂਦਾ ਹੈ। ਕਿਉਂ ਦਿੱਤਾ ਜਾਂਦਾ ਹੈ? ਕਿ 15 ਦਿਨਾਂ ਦੇ ਵਿੱਚ ਤੁਸੀਂ ਆਪਣੀ ਜਾਂਚ ਪੂਰੀ ਕਰੋ। ਇਹੀ ਚੀਜ਼ ਜੇ ਕਿਤੇ ਕੱਲ ਹੁੰਦੀ, ਜੇ ਖਾਮੀਆਂ ਦੇਖ ਲਈਆਂ ਸੀਗੀਆਂ, ਉਹਨੂੰ ਇੱਕ ਡਾਇਰੀ ਤੇ ਜੋੜਾ ਮਾਜਰਾ ਸਾਹਿਬ ਲਿਖਦੇ ਜਾਂ ਉਹਨਾਂ ਦੇ ਪੀਏ ਲਿਖਦੇ, ਤਾਂ ਵੀਸੀ ਸਾਹਿਬ ਨੂੰ ਆਉਂਦੇ ਇੱਕ ਚੇਤਾਵਨੀ ਦੇ ਆਉਂਦੇ ਕਿ ਅਸੀਂ ਹਫ਼ਤੇ ਬਾਅਦ ਫਿਰ ਵਿਜ਼ਿਟ ਕਰਨਾ ਹੈ, ਤੁਸੀਂ ਇਹਨਾਂ ਦੇ ਉੱਤੇ ਕੰਮ ਜ਼ਰੂਰ ਕਰੋ, ਸਾਨੂੰ ਲਿਸਟ ਬਣਾ ਕੇ ਦਿਓ, ਜੋ ਤੁਹਾਨੂੰ ਚਾਹੀਦਾ ਹੈਗਾ ਅਸੀਂ ਤੁਹਾਨੂੰ ਦੇਣ ਨੂੰ ਤਿਆਰ ਹਾਂ। ਦੇਖੋ ਗੁਰਪ੍ਰੀਤ, ਇੱਕ ਸਾਫ਼ ਜੀ ਗੱਲ ਹੈਗੀ ਹੈ, ਕੋਈ ਵੀ ਆਪਣਾ ਘਰ ਫੂਕ ਕੇ ਜਿਹੜਾ ਹੈ ਉਹ ਨਹੀਂ ਭਰਦਾ ਹੁੰਦਾ। ਜੇਕਰ ਵੀਸੀ ਸਾਹਿਬ ਆਪਣਾ ਡਿਊਟੀ ਕਰ ਰਹੇ ਸੀਗੇ ਤਾਂ ਆਪਣੀਆਂ ਤਨਖਾਹਾਂ 'ਚ ਉਹਨਾਂ ਨੇ ਗੱਦੇ ਨਹੀਂ ਲਿਆ ਕੇ ਦੇਣੇ। ਜੇ ਲਿਸਟ ਉਹਨਾਂ ਨੇ, ਹੋ ਸਕਦਾ ਹੈ, ਹਾਲਾਂਕਿ ਉਹ ਮੀਡੀਆ ਦੇ ਸਾਹਮਣੇ ਹਲੇ ਵੀਸੀ ਸਾਹਿਬ ਨਹੀਂ ਆਏ, ਹੋ ਸਕਦਾ ਹੈ ਕਿ ਉਹਨਾਂ ਨੇ ਲਿਸਟਾਂ ਦਿੱਤੀਆਂ ਹੁਣ ਸਰਕਾਰ ਨੂੰ ਕਿ ਮੈਨੂੰ ਆਹ ਚੀਜ਼ਾਂ ਦੀ ਲੋੜ ਹੈ। ਸੋ ਉਸ ਦੀ ਭੰਡੀ ਕਰਨਾ, ਜੇ ਉਹੀ ਭੰਡੀ ਹੁਣ ਅਸੀਂ ਕਹਿ ਲਈਏ ਕਿ ਵੀਸੀ ਸਾਹਿਬ ਆ ਕੇ ਮੀਡੀਆ ਗਾੜੀ ਕਰਨ ਸਰਕਾਰ ਦੀ ਜਾਂ ਸਰਕਾਰ ਦੇ ਨੁਮਾਇੰਦਿਆਂ ਦੀ ਕਿ ਮੈਂ ਇੰਨੀ ਵਾਰ ਚਿੱਠੀਆਂ ਲਿਖ ਚੁੱਕਾ ਹਾਂ ਜੀ, ਸਾਨੂੰ ਆਹ ਸਮਾਨ ਦੀ ਲੋੜ ਹੈ, ਤਾਂ ਫਿਰ ਉਹ ਅਸੀਂ ਕਹਿ ਸਕਦੇ ਹਾਂ ਕਿ ਕੰਟਰੋਵਰਸ਼ੀਅਲ ਕੰਮ ਹੋ ਜਾਏਗਾ। ਸੋ ਇਸੇ ਨੂੰ ਲੈ ਕੇ ਹੈ ਸਿਆਣਪ ਇਹੀ ਸੀਗੀ ਕਿ ਦੋਨੋਂ ਜਾਣੇ ਜਿਹੜੇ ਹੈ ਉਹ ਬੈਠ ਕੇ ਗੱਲ ਕਰਦੇ, ਤਾਂ ਕਿ ਜਿਹੜੀ ਹੈ ਦੇਸ਼ਾਂ ਵਿਦੇਸ਼ਾਂ